ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਾਰ ਪਦਾਰਥ ਜਿਕੋ ਮੰਗੈ, ਸਾਧਨਾ ਕੀ ਸੇਵਾ ਲਾਗੈ। जेको अपना दुख मिटावै, हर हर नाम हृदय सद गावै। जेको अपनी शोभा लोरै, साध संग ए हमै छोरै। जेको जन्म मरण ते डरै, साधना की शरणी परै। जिस जन कौ प्रभ दर्श प्यासा, नानक ताकै बल बल जासा। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੀਆਂ ਸੰਗਤਾਂ ਦੇ ਸਨਮੁਖ ਬੇਨਤੀ ਕੀਤੀ ਸੀ ਕਿ ਜਿਹੜੀ ਸੁਖਮਨੀ ਸਾਹਿਬ ਬਾਣੀ ਦੀ ਜਿਹੜੀ ਇਹ ਲੜੀ ਹੈ, ਇਹ ਸਤਿਗੁਰੂ ਜੀ ਨੇ ਜਿਹੜੀ ਇਹ ਬਾਣੀ ਦੀ ਲੜੀ ਪਰੋਈ ਹੈ, ਇਹ ਮਾਰਾ ਪਰੋਈ ਹੈ, ਇਹ ਅਸੀਂ ਸਰਵਣ ਕੀਤਾ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਜੇ ਅਸੀਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਤੋਂ ਪੁੱਛੀਏ ਕਿ ਸਤਿਗੁਰੂ ਜੀ ਤੁਸੀਂ ਦੋ ਤੁਕਾਂ ਦੇ ਵਿੱਚ ਦੱਸੋ ਕਿ ਇਸ ਗਿਆਨ ਦੀ ਪ੍ਰਾਪਤੀ ਕਿਵੇਂ ਹੋਏ। ਜਿਹੜਾ ਇਹ ਸੱਚਾ ਗਿਆਨ ਹੈ, ਇਹ ਪ੍ਰਭੂ ਦੇ ਵਿੱਚ ਅਭੇਤ ਹੋਣ ਵਾਲੀ ਜਿਹੜੀ ਬਿਰਤੀ ਹੈ ਕਿ ਉਹ ਦੁਨੀਆ ਦੇ ਸਾਰੇ ਵੇਦਾਂ ਧਰਮਾਂ ਸ਼ਾਸਤਰਾਂ ਦੇ ਗਿਆਨ ਦੀ ਪ੍ਰਾਪਤੀ ਤੋਂ ਜਾਂ ਯੋਗ ਅਭਿਆਸ ਤੋਂ ਜਾਂ ਧਰਮ ਦੀਆਂ ਕਿਰਿਆਵਾਂ ਤੋਂ ਮਿਲ ਜਾਏਗੀ। ਅਤੇ ਸਤਿਗੁਰੂ ਜੀ ਨੇ ਦੋ ਤੁਕਾਂ ਦੇ ਵਿੱਚ ਦੱਸਿਆ, ਜਿਹੜਾ ਅਸੀਂ ਸਲੋਕ ਦੇ ਵਿੱਚ ਵਿਚਾਰਿਆ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਸਤਿਗੁਰੂ ਜੀ ਨੇ ਇਸ ਗੱਲ ਨੂੰ ਦੋ ਤੁਕਾਂ ਦੇ ਵਿੱਚ ਦੱਸ ਦਿੱਤਾ ਕਿ ਪੂਜਸ ਨਾਹੀ ਹਰ ਹਰੇ, ਨਹੀਂ ਪਿਆਰਿਓ ਕਿ ਐਵੇਂ ਨਹੀਂ। ਅਤੇ ਉਸੀ ਗੱਲ ਨੂੰ ਸਤਿਗੁਰੂ ਜੀ ਤੋਂ ਅਸੀਂ ਫਿਰ ਪੁੱਛਿਆ ਕਿ ਸਤਿਗੁਰੂ ਜੀ ਇਸ ਗੱਲ ਦਾ ਵਿਸਥਾਰ ਦੱਸੋ, ਇਸ ਗੱਲ ਨੂੰ ਹੋਰ ਵਿਚਾਰ ਕੇ ਦੱਸੋ। ਅਤੇ ਫਿਰ ਸਤਿਗੁਰੂ ਜੀ ਇਸ ਅਸ਼ਟਪਦੀ ਦੇ ਵਿੱਚ ਵਿਚਾਰ ਕੇ ਦੱਸ ਰਹੇ ਨੇ ਕਿ ਇਵੇਂ ਨਹੀਂ ਮਿਲੇਗਾ ਜਿਹੜਾ ਅਸੀਂ ਪਿੱਛੇ ਵਿਚਾਰ ਕੇ ਆਏ ਹਾਂ। ਹਰ ਇੱਕ ਰੂਪ ਦੇ ਵਿੱਚ ਜਦ ਅਸੀਂ ਇਹ ਅਸ਼ਟਪਦੀ ਪੜ੍ਹੀ, ਜਾਪ ਤਾਪ ਗਿਆਨ ਸਭ ਧਿਆਨ ਪੜ੍ਹੀ ਹੈ, ਫਿਰ ਇੱਥੋਂ ਤੱਕ ਸਤਿਗੁਰੂ ਜੀ ਨੇ ਕਹਿ ਦਿੱਤਾ ਕਿ ਜੈਨ ਮਾਰਗ ਸੰਜਮ ਅਤ ਸਾਧਨ, ਕਿ ਇੱਥੋਂ ਵੀ ਨਹੀਂ ਮਿਲਣਾ। ਇੱਥੋਂ ਤੱਕ ਕਿ ਮਨ ਕਾਮਨਾ ਤੀਰਥ ਦੇਹ ਛੁਟੈ, ਕਿ ਸਾਡੇ ਮਨ ਦੀ ਕਾਮਨਾ ਹੈ ਕਿ ਅਸੀਂ ਆਪਣੀ ਦੇਹ ਨੂੰ ਤੀਰਥਾਂ 'ਤੇ ਜਾ ਕੇ ਛੱਡੀਏ ਔਰ ਸਾਰੀਆਂ ਸਿਆਣਪਾਂ ਕਰੀਏ। ਜਲ ਧੋਵੈ ਬਹੁ ਦੇਹ ਅਨੀਤ, ਕਿ ਕਰੋੜਾਂ ਵਾਰੀ ਆਪਣੀ ਦੇਹੀ ਨੂੰ ਧੋ ਲਈਏ। ਜਾਂ ਆਪਾਂ ਬਹੁਤ ਸਿਆਣਪ ਜਮਕਾ ਭਾਉ ਵਿਆਪੈ, ਜਿੰਨੀ ਮਰਜ਼ੀ ਸਿਆਣਪ ਇਕੱਠੀ ਕਰ ਲਈਏ, ਚਤਰਾਈਆਂ ਸਿਆਣਪਾਂ ਇੱਥੇ ਕੋਈ ਕੰਮ ਨਹੀਂ ਆਉਣਗੀਆਂ। ਅਤੇ ਸਤਿਗੁਰੂ ਜੀ ਕਹਿੰਦੇ ਆ ਕਿ ਇਵੇਂ ਨਹੀਂ। ਹਾਂ, ਅਤੇ ਹੁਣ ਸਤਿਗੁਰੂ ਜੀ ਪੰਜਵੇਂ ਪਦੇ ਦੇ ਵਿੱਚ ਦੱਸ ਰਿਹਾ ਹੈ ਕਿ ਇਸ ਧਰਤੀ ਦੇ ਲੋਕ ਚਾਰ ਚੀਜ਼ਾਂ, ਚਾਰ ਪਦਾਰਥਾਂ ਨੂੰ ਸ੍ਰੇਸ਼ਟ ਮੰਨਦੇ ਨੇ। ਧਰਮ, ਅਰਥ, ਕਾਮ ਅਤੇ ਮੋਕਸ਼। ਇਹ ਚਾਰ ਚੀਜ਼ਾਂ ਨੇ। ਧਰਮ ਅਤੇ ਅਰਥ, ਇਹ ਜਿਹੜੀਆਂ ਦੋ ਚੀਜ਼ਾਂ ਨੇ, ਅਤੇ ਇਹਦੀ ਜਿਹੜੀ ਆਰੰਭਤਾ ਹੁੰਦੀ ਹੈ ਧਰਮ ਤੋਂ। ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ 52 ਬਚਨਾਂ ਦਾ ਜਿਹੜਾ ਪਹਿਲਾ ਬਚਨ ਕੀਤਾ ਹੈ ਨਾ, ਕਿ ਕਿਰਤ ਧਰਮ ਦੀ ਕਰਨੀ ਹੈ। ਅਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦੱਸਿਆ ਕਿ ਧਰਮ ਸਿੱਖ ਦੀ ਜ਼ਿੰਦਗੀ ਦਾ ਪਹਿਲਾ ਹਿੱਸਾ ਹੈ। ਸਾਹਿਬ ਜੀ ਕਹਿੰਦੇ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਭਾਈ ਗੁਰਦਾਸ ਜੀ ਨੇ ਵੀ ਆਖਿਆ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੈ। ਇਹ ਵੀ ਭਾਈ ਗੁਰਦਾਸ ਜੀ ਆਖਦੇ ਨੇ ਕਿ ਕਿਰਤ ਵਿਰਤ ਕਰ ਧਰਮ ਦੀ, ਖੱਟ ਖਵਾਲਹਿ ਕਾਰ ਇਵੇਹੀ, ਕਿ ਗੁਰੂ ਕਾ ਸਿੱਖ ਆਪ ਧਰਮ ਦੀ ਕਿਰਤ ਕਰੇ ਕਮਾਏ, ਅਤੇ ਅੱਗੇ ਫਿਰ ਖੱਟ ਕੇ ਅੱਗੇ ਸੇਵਾ ਵੀ ਕਰੇ, ਦਸਵੰਤ ਵੀ ਕੱਢੇ। ਅਤੇ ਇੱਥੇ ਗੁਰੂ ਅਰਜਨ ਸਾਹਿਬ ਜੀ ਇਹੀ ਬਿਆਨ, ਇਹੀ ਬਖਸ਼ਿਸ਼ ਕਰ ਰਹੇ ਹੈ ਇਸ ਪਦੇ ਦੇ ਵਿੱਚ। ਚਾਰ ਪਦਾਰਥ ਕਿਹੜੇ ਨੇ? ਚਾਰ ਪਦਾਰਥ ਧਰਮ, ਅਰਥ, ਕਾਮ ਅਤੇ ਮੋਕਸ਼। ਗੁਰੂ ਦੇ ਸਿੱਖ ਦੀ ਜਾਂ ਧਰਮ ਦੇ ਮਾਰਗ ਦੇ ਉੱਤੇ ਜਿਹੜੇ ਬੰਦੇ ਦੀ ਸਿਰਮੌਰ ਲੋੜ ਹੈ ਨਾ, ਉਹ ਹੈ ਧਰਮ ਦੀ, ਪਰ ਧਰਮ ਗਵਾਚ ਗਿਆ। ਅਤੇ ਜਿਹੜਾ ਸਿਖਰ ਹੈ ਉਹ ਹੈ ਮੋਕਸ਼। ਤੁਸੀਂ ਇਹ ਦੇਖੋ ਅੱਜ ਸਾਡੀ ਜ਼ਿੰਦਗੀ ਵਿੱਚੋਂ ਧਰਮ ਅਤੇ ਮੋਕਸ਼ ਇਹ ਬਿਲਕੁਲ ਗਵਾਚ ਚੁੱਕਾ ਹੈ। ਅਤੇ ਸਿਰਮੌਰ ਕੀ ਹੈ? ਸਿਰਮੌਰ ਸਿਰਫ ਅਰਥ ਅਤੇ ਕਾਮ। ਅਰਥ ਜਿਹਨੂੰ ਆਪਾਂ ਕਹਿੰਦੇ ਅਰਥ ਸ਼ਾਸਤਰ, ਸਾਡੀ ਇਕਨੋਮੀਕਲ, ਸਾਡਾ ਜਿਉਣਾ, ਸਾਡੀ ਲੋੜਾਂ ਦੀ ਪੂਰਤੀ ਜਾਂ ਸਾਡੇ ਅੰਦਰ ਦੀ ਤ੍ਰਿਸ਼ਨਾਵਾਂ, ਅਤੇ ਕਾਮਨਾਵਾਂ ਸਾਡੇ ਅੰਦਰ ਦੀਆਂ। ਅੱਜ ਅਰਥ ਸ਼ਾਸਤਰ ਨੂੰ ਪੂਰਾ ਕਰਨ ਵਾਸਤੇ ਅਸੀਂ ਕਾਮ ਨੂੰ ਪਰੋਸ ਰਹੇ ਹਾਂ। ਤੁਸੀਂ TV ਚੈਨਲਸ ਦੇਖੋ, ਅੱਜ ਸਾਰੀ ਇਕੋਨਮੀ ਕਾਮ ਦੇ ਉੱਤੇ ਟਿਕੀ ਹੋਈ ਹੈ। ਕੋਈ ਵੀ ਚੀਜ਼ ਵੇਚਣ ਵਾਸਤੇ ਜਿਹੜੀ ਐਡਵਰਟਾਈਜ਼ਮੈਂਟਸ ਕੀਤੀ ਜਾਂਦੀਆਂ ਨੇ, ਉਹ ਚਮੜੀ ਦੇ ਆਧਾਰ 'ਤੇ ਚਮੜੀ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਕਾਮ ਪਰੋਸਿਆ ਜਾਂਦਾ ਹੈ। ਦੇਖੋ, ਇਹ ਬੜੀ ਸਾਡੀ ਜ਼ਿੰਦਗੀ ਵਿੱਚੋਂ ਧਰਮ ਖਤਮ ਹੋ ਚੁੱਕਾ ਹੈ ਅਤੇ ਸਾਡੀ ਜ਼ਿੰਦਗੀ ਵਿੱਚੋਂ ਮੋਕਸ਼ ਦਾ ਕੋਈ ਲੈਣਾ ਦੇਣਾ ਨਹੀਂ ਹੈ। ਸਿਰਫ ਦੋ ਚੀਜ਼ਾਂ ਸਿਰਮੌਰ ਰਹਿ ਗਈਆਂ, ਅਰਥ ਅਤੇ ਕਾਮ।
ਔਰ ਇਹਨੇ ਸਾਡੇ ਜੀਵਨ ਦਾ ਬੇੜਾ ਗਰਕ ਕਰਤਾ। ਸਾਰੇ ਸੰਸਾਰ ਨੂੰ ਅੱਜ ਅਸੀਂ ਮਹਾਮਾਰੀ ਦੇ ਉਸ ਭਿਆਨਕ ਰੋਗ ਤੇ ਪਹੁੰਚ ਚੁੱਕੇ ਹਾਂ ਔਰ ਸਭ ਦੇ ਅੰਦਰ ਮਰਨ ਦਾ ਭਾਵ ਹੈ ਕਿ ਸਭ ਨੇ ਮਰ ਜਾਣਾ ਹੈ। ਕੀ ਬਣੇਗਾ? ਬਿਮਾਰੀ ਤੋਂ ਮਰੀਏ ਨਾ ਮਰੀਏ, ਪਰ ਇਹਦੇ ਭਾਵ ਤੋਂ, ਇਹਦੇ ਡਰ ਤੋਂ ਕਿੰਨੀਆਂ ਬਿਮਾਰੀਆਂ, ਕਿੰਨੇ ਕਲੇਸ਼, ਘਰ ਦੀ ਡੋਮੈਸਟਿਕ ਵਾਇਲੈਂਸ, ਕਿੰਨਾ ਕੁਝ ਪੈਦਾ ਹੋ ਰਿਹਾ ਹੈ। ਸਤਿਗੁਰੂ ਜੀ, ਗੁਰੂ ਅਰਜਨ ਸਾਹਿਬ ਜੀ ਇਹੀ ਕਹਿੰਦੇ ਹੈ ਕਿ ਭਾਈ ਚਾਰ ਪਦਾਰਥ ਜੇ ਕੋ ਮੰਗ ਹੈ। ਜੇ ਕੋਈ ਸਿੱਖ ਇਹਨਾਂ ਪਦਾਰਥਾਂ ਦੀ ਲੋੜ ਚਾਹੁੰਦਾ, ਜੇ ਕੋਈ ਸਿੱਖ ਚਾਹੁੰਦਾ ਕਿ ਇਹ ਪਦਾਰਥ ਮੈਨੂੰ ਚਾਹੀਦੇ ਨੇ, ਤੇ ਸਤਿਗੁਰੂ ਜੀ ਕਹਿੰਦੇ ਇਹ ਪਦਾਰਥ ਕਿਸੇ ਵੀ ਹੋਰ ਵਸਤੂ ਤੋਂ ਜਾਂ ਜਿਹੜਾ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ ਉਹਨਾਂ ਦੇ ਵਿੱਚੋਂ ਨਹੀਂ ਮਿਲਣੇ। ਕਿਉਂਕਿ ਚਾਰ ਪਦਾਰਥਾਂ ਵਿੱਚੋਂ ਸਾਡੇ ਦੋ ਸਿਰਮੌਰ ਰਹਿ ਗਏ ਹੈ, ਧਰਮ ਤੇ ਅਰਥ। ਧਰਮ ਤੇ ਮੋਕਸ਼ ਬਿਲਕੁਲ ਖਤਮ ਹੋ ਗਿਆ ਤੇ ਸਾਡਾ ਜਿਹੜਾ ਸਿਰਮੌਰ ਬਣ ਗਿਆ ਕਾਮ ਤੇ ਅਰਥ। ਤੇ ਸਤਿਗੁਰੂ ਜੀ ਕਹਿੰਦੇ ਜੇ ਇਹ ਦੋ ਚੀਜ਼ਾਂ ਹੋਣਗੀਆਂ ਤੇ ਸਾਡਾ ਜੀਵਨ ਬਿਲਕੁਲ ਨਿਅਰਥ ਹੈ। ਕੋਈ ਇਸ ਜੀਵਨ ਦੇ ਵਿੱਚ ਆਨੰਦ ਨਹੀਂ ਹੋਏਗਾ, ਸੁੱਖ ਨਹੀਂ ਹੋਏਗਾ। ਤੇ ਸਤਿਗੁਰੂ ਜੀ ਚਾਰ ਦੇ ਚਾਰ ਪਦਾਰਥਾਂ ਦੀ ਗੱਲ ਕਰਦੇ ਆ। ਧਰਮ ਵੀ ਜ਼ਰੂਰੀ ਹੈ ਤੇ ਮੋਕਸ਼ ਵੀ ਜ਼ਰੂਰੀ ਹੈ। ਜੇ ਦੋ ਚੀਜ਼ਾਂ ਨਹੀਂ ਨੇ ਤੇ ਫਿਰ ਸਤਿਗੁਰੂ ਜੀ ਕਹਿੰਦੇ ਜੀਵਨ ਦਾ ਆਨੰਦ ਖੁੰਝ ਜਾਏਗਾ। ਦੁਨੀਆ ਤੇ ਕਹੇਗੀ ਸਾਡੇ ਕੋਲ ਪਦਾਰਥ ਹੋਣ, ਪਰ ਗੁਰੂ ਅਮਰਦਾਸ ਜੀ ਕਹਿੰਦੇ ਹੈ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਕਹਿੰਦੇ ਇਹ ਗੁਰੂ ਤੋਂ ਹੀ ਮਿਲਣਾ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵ ਕਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੂੰਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਤੇ ਸਤਿਗੁਰੂ ਜੀ ਇਹੀ ਕਹਿੰਦੇ ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਹੋਰ ਇਹ ਇसी ਕਰਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਜਿਹੜੇ ਇਹਨਾਂ ਚਾਰ ਪਦਾਰਥਾਂ ਨੂੰ ਚਾਹੁੰਦਾ ਹੈ, ਭਾਵ ਇਸ ਦੀ ਬਖਸ਼ਿਸ਼ ਚਾਹੁੰਦਾ, ਉਹ ਬੰਦਗੀ ਕਰਨ ਵਾਲਿਆਂ ਦੀ ਜੀਵਨ ਜਾਂਚ ਤੋਂ ਸਿੱਖੇ ਕਿ ਬੰਦਗੀ ਕਰਨ ਵਾਲਿਆਂ ਦਾ ਜੀਵਨ ਧਰਮ ਔਰ ਮੋਕਸ਼ ਇਹਦੇ ਆਧਾਰ 'ਤੇ ਹੁੰਦਾ ਹੈ ਤੇ ਅਰਥ ਔਰ ਕਾਮ ਇਹ ਸੈਕੰਡਰੀ ਹੁੰਦੇ ਨੇ। ਉਹ ਇੰਨਾ ਕਹਿੰਦੇ ਨੇ ਕਿ ਪ੍ਰਭੂ ਜੀ ਸਿਰਫ ਔਰ ਸਿਰਫ ਐਸੀ ਕਿਰਤ ਕਰਾਇਓ ਜਿਸ ਕਿਰਤ ਦੇ ਵਿੱਚ ਧਰਮ ਦੀ ਬਖਸ਼ਿਸ਼ ਹੋਏ। ਜੇ ਕਿਰਤ ਹੈ ਹੱਕ ਪਰਾਇਆ ਨਾਨਕਾ, ਉਹ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੈ, ਜਾਂ ਮੁਰਦਾਰ ਨਾ ਖਾਏ। ਧਰਮੀ ਬੰਦੇ ਨੂੰ ਪਤਾ ਹੈ ਮੇਰਾ ਪੀਰ, ਮੇਰਾ ਮੁਰਸ਼ਦ, ਭਾਵੇਂ ਮੈਂ ਹਿੰਦੂ ਹਾਂ, ਭਾਵੇਂ ਮੁਸਲਮਾਨ, ਭਾਵੇਂ ਜੈਨ, ਭਾਵੇਂ ਈਸਾਈ, ਮੇਰਾ ਪੀਰ ਹਾਮੀ ਤਾਂ ਭਰੇਗਾ ਸੱਚੀ ਦਰਗਾਹ 'ਚ ਜੇ ਮੈਂ ਧਰਮ ਦੀ ਕਿਰਤ ਕਰਾਂਗਾ, ਜੇ ਮੈਂ ਮੁਰਦਾਰ ਨਹੀਂ ਖਾਵਾਂਗਾ। ਅੱਜ ਅਸੀਂ ਜ਼ਿਆਦਾਤਰ ਮੁਰਦਾਰ ਖਾਣ ਪਿੱਛੇ, ਭਾਵ ਹੱਕ ਹਲਾਲ ਦੀ ਕਮਾਈ ਨੂੰ ਛੱਡ ਕੇ ਅਸੀਂ ਹਰਾਮ ਦੀ ਕਮਾਈ ਦੇ ਵਿੱਚ ਪਏ ਹੋਏ ਹਾਂ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਕਹਿ ਦਿੱਤਾ ਮਾਰਨ ਪਾਹੇ ਹਰਾਮ ਵਿੱਚ। ਜੇ ਤੂੰ ਹਰਾਮ ਦੀ ਕਮਾਈ ਕਮਾ ਕੇ ਲਿਆ ਰਿਹਾ ਤੇ ਤੂੰ ਕਹੇ ਚੱਲ ਕੋਈ ਨਹੀਂ ਮੈਂ ਦਸਵੰਤ ਦੇ ਦਿੰਦਾ ਇਸ ਕਮਾਈ ਤੋਂ, ਇਹ ਕਮਾਈ ਮੇਰੀ ਪਵਿੱਤਰ ਹੋ ਜਾਏਗੀ। ਸਤਿਗੁਰੂ ਜੀ ਕਹਿੰਦੇ ਹਰਾਮ ਦੀ ਕਮਾਈ ਦੇ ਵਿੱਚ ਜੇ ਤੂੰ ਬਹੁਤੀ ਸਿਆਣਪ ਚਲਾਕੀਆਂ ਦਾ ਮਸਾਲਾ ਵੀ ਪਾਏ ਨਾ, ਮਾਰਨ ਪਾਹੇ ਹਰਾਮ ਵਿੱਚ ਹੋਏ ਹਲਾਲ ਨਾ ਜਾਏ, ਕਹਿੰਦੇ ਉਹ ਦਸਵੰਤ ਦੇ ਕੇ ਵੀ ਫਿਰ ਹਲਾਲ ਦੀ ਨਹੀਂ ਬਣਨੀ, ਉਹ ਹਰਾਮ ਦੀ ਹੈ ਤੇ ਹਰਾਮ ਦੀ ਹੈ। ਸਤਿਗੁਰੂ ਜੀ ਦਾ ਬਚਨ ਹੈ ਜੇ ਰਤ ਲੱਗੈ ਕੱਪੜਾ ਜਾਮਾ ਹੋਏ ਪਲੀਤ, ਜੋ ਰਤ ਪੀਵਹਿ ਮਾਨਸਾ ਤਿਨ ਕਿਉਂ ਨਿਰਮਲ ਚੀਤ। ਉਹਨਾਂ ਦਾ ਨਿਰਮਲ ਚੀਤ ਨਹੀਂ ਹੋ ਸਕਦਾ। ਅਤੇ ਇਸ ਕਰਕੇ ਜਿਹੜੇ ਸਾਧ ਜਾਣੇ ਉਹਨਾਂ ਦੀ ਜੀਵਨ ਜਾਂਚ ਤੋਂ ਪਤਾ ਲੱਗਦਾ ਕਿ ਰੂਖੋ ਭੋਜਨ ਭੂਮ ਸੈਨ ਸਖੀ, ਪ੍ਰੇ ਸੰਗ ਸੁਖ ਬਿਹਾਵੈ। ਥੋੜ੍ਹਾ ਹੋਏ ਪਰ ਧਰਮ ਦਾ ਹੋਏ, ਉਹੀ ਸੁਖ ਦਿੰਦਾ ਹੈ। ਧੰਨ ਗੁਰੂ ਅਮਰਦਾਸ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ। ਧੰਨ ਗੁਰੂ ਅਮਰਦਾਸ ਜੀ ਤੇ ਇੱਥੇ ਤੱਕ ਕਹਿ ਦਿੰਦੇ ਆ ਕਿ ਦੁਨੀਆ ਦੇ ਲੋਕੋ, ਵੱਡੇ ਵੱਡੇ ਆਪ ਸਾਰੇ ਵੇਖ ਕੇ ਤੁਸੀਂ ਬਹੁਤੇ ਘਬਰਾਇਆ ਨਾ ਕਰੋ ਕਿ ਉਹਦੇ ਕੋਲ ਬਹੁਤ ਹੈ ਤੇ ਬਹੁਤੀ ਖੁਸ਼ੀ ਹੈ। ਸਤਿਗੁਰੂ ਜੀ ਕਹਿੰਦੇ ਸਭ ਫਰੇਬ ਹੈ। ਮੈਂ ਜਾਣਦਾ ਉਹਨਾਂ ਦੇ ਘਰ ਦੇ ਅੰਦਰ ਕਿੰਨਾ ਕਲੇਸ਼ ਹੈ। ਬਾਣੀ ਦੇ ਵਿੱਚ ਬਾਰੰਬਾਰ ਇਹ ਫਰਮਾਨ, ਜੇ ਆਪਾਂ ਇਹ ਕਬੀਰ ਸਾਹਿਬ ਦਾ, ਫਰੀਦ ਸਾਹਿਬ ਦਾ ਫਰਮਾਨ ਲੈ ਲਈਏ ਤੇ ਅਸੀਂ ਸਮਝ ਜਾਵਾਂਗੇ ਕਿ ਇਹ ਸਭ ਝੂਠ ਹੈ। ਵੱਡੇ ਵੱਡੇ ਜੋ ਦੀਸਹਿ ਲੋਕ ਤਿਨਕੋ ਵਿਆਪੇ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ। ਇਹ ਤੇ ਵਡਿਆਈ ਸਾਰੀ ਮਾਇਆ ਦੀ ਹੈ। ਬੰਦੇ ਦੇ ਅੰਦਰ ਕੋਈ ਜੇ ਮਾਇਆ ਹੈ, ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਦੇਖਦਿਆਂ ਹੀ ਭਾਜਣ ਕਦੇ ਨਾ ਪਾਇਨ ਬੰਦ, ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਣ ਗੰਢ, ਜਿਤ ਦਿਨ ਕਛੂ ਨਾ ਹੋਵੇ ਤਿਤ ਦਿਨ ਬੋਲਣ ਗੰਧ। ਮਾਇਆ ਦੀ ਜਿਹੜੀ ਇਹ ਪਸਾਰੇ ਵਾਲੀ ਬਿਰਤੀ ਹੈ 4 ਦਿਨਾਂ ਦੀ ਹੈ, ਕਿਉਂਕਿ ਮਾਇਆ ਸਦਾ ਰਹਿਣ ਵਾਲੀ ਨਹੀਂ ਹੈ, ਸਦਾ ਸ਼ੋਭਾ ਨਹੀਂ ਦਿੰਦੀ ਮਾਇਆ। ਇਸ ਗੱਲ ਨੂੰ ਅਸੀਂ ਸਮਝ ਜਾਈਏ। ਅੱਜ ਅਸੀਂ ਸ਼ੋਭਾ ਮਾਇਆ ਦੇ ਕਰਮ ਤੋਂ ਕਮਾ ਰਹੇ ਹਾਂ ਅਤੇ ਕੱਲ੍ਹ ਅਸੀਂ ਫਿਰ ਦੁਖੀ ਵੀ ਹੋਵਾਂਗੇ। ਪਰ
ਸਾਧ ਜਿਨ੍ਹਾਂ ਕੀ ਸੇਵਾ ਲਾਗਿਆ। ਜੇ ਕਿਸੇ ਬੰਦਗੀ ਕਰਨ ਵਾਲੇ ਦੀ ਸਹਬਤ ਦੇ ਵਿੱਚ ਬੈਠਾਂਗੇ ਤੇ ਸਾਨੂੰ ਪਤਾ ਲੱਗੇਗਾ ਬੰਦਗੀ ਕੀ ਹੈ। ਉਹ ਬੰਦਗੀ ਹੈ ਪੀਸਣ ਪੀਸ ਓਟ ਕਾਮਰੀ ਸੁਖ ਮਨ ਸੰਤੋਖ ਆਏ। ਪੀਸਣ ਪੀਸ ਭਾਵੇਂ ਹੱਥੋਂ ਚੱਕੀ ਚਲਾ ਕੇ ਵੀ ਦਾਣੇ ਪੀਣੇ ਪੈਣ, ਓਟ ਕਾਮਲੀ ਭਾਵੇਂ ਪਾਟੀ ਹੋਈ ਕਮਲੀ ਵੀ ਉੱਤੇ ਲੈਣੀ ਪਏ, ਪਰ ਅੰਦਰ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿਨ ਨੇਹੋ ਲੱਗਾ ਰਬ ਸੇਤੀ ਦੇਖਣਾ ਵਿਚਾਰ। ਰੰਗ ਹੱਸੈਂ ਰੰਗ ਰੋਵਹਿਂ ਚੁੱਪ ਭੀ ਕਰ ਜਾਹੇਂ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਹੀਂ। ਉਹ ਪ੍ਰਭੂ ਦੇ ਮਾਰਗ ਤੇ ਤੁਰਦੇ ਆ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਫਿਰ ਉਹਨਾਂ ਦੀ ਵਿਚਾਰ ਤੇ ਉਹਨਾਂ ਦਾ ਜੀਵਨ ਜਾਂਚ ਸਦਾ ਹੀ ਯਾਦ ਰੱਖੀ ਜਾਂਦੀ ਹੈ। ਪਰ ਜਿਹੜੇ ਵੱਡੇ ਵੱਡੇ ਆਏ ਨੇ, ਔਰੰਗਜ਼ੇਬ, ਜਹਾਂਗੀਰ, ਅਕਬਰ, ਬਾਬਰ, ਇਹ ਸਭ ਚਲੇ ਗਏ। ਕੋਈ ਵੀ ਇਹਨਾਂ ਦੀ ਮਜ਼ਾਰ 'ਚ ਦੀਵਾ ਬਾਲਣ ਵਾਲਾ ਨਹੀਂ ਹੈ। ਪਰ ਜਿਨ੍ਹਾਂ ਨੇ ਧਰਮ ਦੀ ਕਮਾਈ ਕੀਤੀ ਹੈ, ਅੱਜ ਬਾਬਾ ਸ਼ੇਖ ਫਰੀਦ ਨੂੰ ਵੀ ਸਿਰ ਚੁੱਕਦਾ ਪਾਕਪਟਨ ਦੀ ਧਰਤੀ। ਅੱਜ ਪੀਪਾ ਭਗਤ ਪੀਪਾ ਰਾਜਸਥਾਨ ਦੀ ਧਰਤੀ ਤੋਂ ਉਹਨੂੰ ਵੀ ਸਿਰ ਝੁਕਦਾ। ਮਹਾਰਾਸ਼ਟਰ ਦੇ ਛੋਟੇ ਜਿਹੇ ਕਸਬੇ ਤੋਂ ਭਗਤ ਤਰਲੋਚਨ ਉੱਠ ਕੇ ਆਇਆ, ਉਹਨੂੰ ਵੀ ਸਿਰ ਝੁਕਦਾ। ਇੱਥੋਂ ਤੱਕ ਭਾਵੇਂ ਕਿਸੇ ਦੀ ਇੱਕ ਤੁਕ ਵੀ ਹੈ ਨਾ, ਉਹਨੂੰ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਥਾਂ ਦਿੱਤੀ ਹੈ। ਅਤੇ ਉਹਨੂੰ ਦੱਸਤਾ ਕਿ ਇਹਦੀ ਜਿਹੜੀ ਜੀਵਨ ਜਾਤ ਸੀ ਉਹ ਵਾਕਈ ਸਾਧ ਜਨਾਂ ਦੀ ਸੰਗਤ ਵਾਲੀ ਸੀ। ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ। ਇੱਥੇ ਆਪਣਾ ਨਹੀਂ ਪੜ੍ਹਨਾ, ਆਪੁਨਾ ਪੱਪੇ ਪੈਰ ਔਂਕੜ ਹੈ, ਉਹਦਾ ਉਚਾਰਨ ਜ਼ਰੂਰ ਹੋਏਗਾ। ਜਿਹੜਾ ਔਂਕੜ ਦਾ ਉਚਾਰਨ ਹੈ ਉਹ ਆਖਰੀ ਜਿਹੜੇ ਲਫ਼ਜ਼ 'ਤੇ ਆਏ ਨਾ, ਜਿਸ ਤਰ੍ਹਾਂ ਦੁੱਖ ਦੇ ਖੱਖੇ ਨੂੰ ਔਂਕੜ ਆਇਆ, ਉਹ ਦੁਖੂ ਨਹੀਂ ਪੜ੍ਹਿਆ ਜਾਏਗਾ, ਉਹ ਗ੍ਰਾਮੈਟੀਕਲੀ ਲੱਗਿਆ ਹੋਇਆ। ਪਰ ਜਿਹੜਾ ਔਂਕੜ ਵਿਚਕਾਰ ਲਫ਼ਜ਼ਾਂ 'ਚ ਲੱਗਿਆ ਹੁੰਦਾ ਨਾ, ਉਹਦਾ ਉਚਾਰਨ ਉਹ ਜ਼ਰੂਰ ਹੁੰਦਾ। ਇੱਥੇ ਹੋਏਗਾ ਜੇ ਕੋ ਆਪੁਨਾ, ਪੱਪੇ ਨੂੰ ਉਹਦੇ ਉਚਾਰਨ ਦੇ ਨਾਲ ਪੜ੍ਹਿਆ ਜਾਏਗਾ। ਜੇ ਕੋ ਆਪਣਾ ਦੁੱਖ ਮਿਟਾਵੈ, ਜੇ ਕੋਈ ਆਪਣੇ ਦੁੱਖ ਨੂੰ ਮਿਟਾਉਣਾ ਚਾਹੁੰਦਾ ਹੈ, ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਹੈ ਕਿ ਇੱਕ ਕੰਮ ਮਾਈ ਮੇਰੇ ਮਨ ਕੋ ਸੂਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨਸੈ ਸਭ ਦੁੱਖ। ਪ੍ਰਭੂ ਦਾ ਸਿਮਰਨ ਕਰੋ, ਸਾਰੇ ਦੁੱਖ ਵਿਨਸ ਜਾਣਗੇ। ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ। ਸਦ ਹੀ ਸਦਾ ਹੀ ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਚੈ ਢੀਲਾ। ਸਦਾ ਹੀ ਪ੍ਰਭੂ ਦਾ ਸਿਮਰਨ ਕਰੋ ਜੀ। ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਮੈ ਛੋਰੈ। ਇੱਥੇ ਲਫ਼ਜ਼ ਆਪਣੀ ਹੀ ਪੜ੍ਹਨਾ, ਪੱਪੇ ਪੈਰ ਔਂਕੜ ਲੱਗਿਆ ਹੈ, ਉਹਦਾ ਉਚਾਰਨ ਹੈ। ਜੇ ਕੋਈ ਆਪਣੀ ਸ਼ੋਭਾ ਚਾਹੁੰਦਾ ਹੈ, ਜਿਸ ਤਰ੍ਹਾਂ ਆਪਾਂ ਸ਼ਬਦ ਪੜ੍ਹਿਆ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ। ਅਸੀਂ ਇਹ ਵੀ ਪੜ੍ਹਦੇ ਹਾਂ ਕਿ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚੌਖੁੰਟ ਮਾਨੈ। ਜੇ ਕੋਈ ਆਪਣੀ ਸ਼ੋਭਾ ਚਾਹੁੰਦਾ ਹੈ, ਸਤਿਗੁਰੂ ਜੀ ਕਹਿੰਦੇ ਹੈ ਕਿ ਸੰਗਤ ਵਿੱਚ ਆ ਕੇ ਜੇ ਆਪਣੀ ਮੈਂ ਨੂੰ ਵਿਸਾਰ ਦੇ ਨਾ, ਜੇ ਆਪਣੀ ਹਉਮੈ ਨੂੰ ਬਿਲਕੁਲ ਖਤਮ ਕਰ ਦੇ, ਕਿਉਂਕਿ ਆਪਣੀ ਗੱਲ ਰੱਖਣੀ, ਮੈਂ ਕਰਨੀ, ਇਹ ਝੂਠੀ, ਇਹ ਫਰੇਬ ਵਾਲੀ ਸ਼ੋਭਾ ਹੈ। ਇਹ ਜਿਸ ਤਰ੍ਹਾਂ ਜਿਹੜੀ ਨਕਲੀ ਚੀਜ਼ ਹੁੰਦੀ ਹੈ ਉਹ ਬਾਜ਼ਾਰ ਦੇ ਵਿੱਚ ਜ਼ਿਆਦਾ ਚਮਕਾਈ ਜਾਂਦੀ ਹੈ, ਉਹ ਬਾਜ਼ਾਰ ਦੇ ਵਿੱਚ ਅਸਲ ਨਾਲੋਂ ਜ਼ਿਆਦਾ ਚਮਕਦੀ ਦਿਸਦੀ ਹੈ। ਜਿਹੜੇ ਝੂਠੇ ਫਰੀਬੀ ਹੁੰਦੇ ਨੇ ਨਾ, ਉਹ ਆਲੇ ਦੁਆਲੇ ਆਪਣੇ ਬੰਦੇ ਛੋੜ ਦਿੰਦੇ ਆ ਮੈਂ ਦਾ ਪਸਾਰਾ ਕਰਨ ਲਈ। ਪਰ ਜਿਹੜੇ ਸੱਚੇ ਹੁੰਦੇ ਹੈ ਤੇ ਫਿਰ ਉਹ ਲੁਕ ਕੇ ਬਹਿੰਦੇ ਹੈ। ਇਹਨੂੰ ਹੀ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਜਿਨ ਹਰ ਪਾਇਓ ਤਿਨੇ ਛੁਪਾਇਓ। ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਸਾਨੂੰ ਯਤਨ ਕਰਨ ਦੀ ਲੋੜ ਨਹੀਂ ਹੈ ਪ੍ਰਗਟ ਕਰਾਉਣ ਦੀ। ਇਹ ਜਦ ਰੱਬ ਦੀ ਕਿਰਪਾ ਹੋਏਗੀ ਤੇ ਰੱਬ ਆਪ ਹੀ ਪ੍ਰਗਟ ਕਰਾਏਗਾ। ਸਾਡਾ ਇੰਨਾ ਯਤਨ ਹੈ ਕਿ ਸਿਰਫ ਆਪਣੀ ਹਉਮੈ ਨੂੰ ਮਾਰੀਏ, ਸੰਗਤ ਵਿੱਚ ਆ ਕੇ ਮੈਂ ਨੂੰ ਖਤਮ ਕਰੀਏ। ਸਤਿਗੁਰੂ ਜੀ ਕਹਿੰਦੇ ਹਰ ਥਾਂ ਤੇ ਸ਼ੋਭਾ ਹੈ ਜੀ। ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਣੀ ਪਰੈ। ਜੇ ਕੋਈ ਜਨਮ ਤੇ ਮਰਨ ਦੇ ਭਉ ਤੋਂ ਬਚਣਾ ਚਾਹੁੰਦਾ ਹੈ, ਸਤਿਗੁਰੂ ਜੀ ਕਹਿੰਦੇ ਇਹ ਭਉ ਤੇ ਸਭ ਨੂੰ ਚਿਮੜਿਆ ਹੋਇਆ। ਜਨਮੰ ਤਾਂ ਮਰਣੰ ਹਰਖੰ ਤਾਂ ਸੋਗੰ ਭੋਗੰ ਤਾਂ ਰੋਗੰ। ਸਤਿਗੁਰੂ ਜੀ ਕਹਿੰਦੇ ਜਿੱਥੇ ਜਨਮ ਹੈ ਉੱਥੇ ਮਰਨ ਹੈ, ਤੇ ਜਿਹੜਾ ਜਨਮਿਆ ਉਹਨੇ ਮਰਨਾ ਹੀ ਮਰਨਾ ਹੈ। ਪਰ ਜੇ ਜਨਮ ਤੇ ਮਰਨ ਦੇ ਡਰ ਤੋਂ ਅਸੀਂ ਮੁਕਤੀ ਪਾਉਣੀ ਹੈ ਤੇ ਸਾਧ ਜਨਾ ਕੀ ਸ਼ਰਣੀ ਪਰੈ, ਫਿਰ ਜਿਹੜੀ ਬੰਦਗੀ ਵਾਲੇ ਪੁਰਖ ਨੇ ਉਹਨਾਂ ਦੀ ਸੰਗਤ ਵਿੱਚ ਜੁੜੀਏ, ਤਾਂ ਕਿ ਉਹਨਾਂ ਦੀ ਸੰਗਤ ਵਿੱਚੋਂ ਪਤਾ ਲੱਗੇ ਕਿ ਸਾਹਿਬ ਜੀ ਕਹਿੰਦੇ ਹੈ ਕਿ ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ। ਕਬੀਰ ਸਾਹਿਬ ਨੇ ਵੀ ਕਿਹਾ ਸੀ, ਹੁਣੇ ਕਥਾ ਕਰਕੇ ਹਟੇ ਹਾਂ 1:15 ਵਜੇ ਦਾਸ ਨੇ YouTube ਚੈਨਲ 'ਤੇ ਲਾਈਵ ਕਥਾ ਕੀਤੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ।
ਆਸ ਹੈ ਕਿ ਆਪ ਸੰਗਤਾਂ ਨੇ ਸਰਵਣ ਕੀਤੀ ਹੋਏਗੀ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਮਰਤਾ ਮਰਤਾ ਜਗ ਮੁਆ ਮਰ ਭੇ ਨਾ ਜਾਣਿਆ, ਕੋਈ ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਐਸੀ ਮਰਨੀ ਨੂੰ ਕੈਸੀ ਮਰਨੀ, ਪਰ ਗੁਰੂ ਅਮਰਦਾਸ ਜੀ ਨੇ ਇਹਨੂੰ ਖੋਲ ਕੇ ਦੱਸ ਦਿੱਤਾ। ਧੰਨ ਗੁਰੂ ਅਮਰਦਾਸ ਜੀ ਦਾ ਅੱਜ ਦਿਹਾੜਾ ਹੈ, ਮਹੱਲਾ ਤੀਜਾ। ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵੀਸਰੈ ਤਾਂ ਸਹਿਲਾ ਮਰਨਾ ਹੋਏ। ਮਰਨਾ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਏ। ਤੇ ਸਤਿਗੁਰੂ ਜੀ ਕਹਿੰਦੇ ਹੈ, ਜੇ ਕੋਈ ਮਰਨਾ ਤੋਂ ਮਰਨ ਦੇ ਡਰ ਤੋਂ ਬਚਣਾ ਚਾਹੁੰਦਾ ਤੇ ਸਤਿਗੁਰੂ ਕਹਿੰਦੇ ਗੁਰ ਪ੍ਰਸਾਦੀ ਜੀਵਤ ਮਰੈ। ਤਾਂ ਉਹ ਜਿਉਂਦੇ ਜੀ ਆਪਣੇ ਮਨ ਨੂੰ ਮਾਰ ਲੇ, ਆਪਣੇ ਮਨ ਦੀ ਹਉਮੈ ਨੂੰ ਮਾਰ ਲੇ, ਸੰਗਤ ਦੇ ਵਿੱਚ ਜਾ ਕੇ ਹਉਮੈ ਨੂੰ ਛੱਡ ਦੇ। ਇਹਨੂੰ ਕਿਹਾ ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ, ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ। ਇਹਨੂੰ ਕਿਹਾ ਜੇ ਕੋ ਜਨਮ ਮਰਨ ਤੇ ਡਰੈ, ਸਾਜ ਨਾ ਕੀ ਸ਼ਰਣੀ ਪਰੈ। ਉਹ ਬੰਦਗੀ ਕਰਨ ਵਾਲਿਆਂ ਦੀ ਸ਼ਰਨ ਵਿੱਚ ਆਏ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਜਿਹਦੇ ਅੰਦਰ ਦਰਸ਼ਨ ਦੀ ਪਿਆਸ ਪੈਦਾ ਹੋ ਗਈ, ਹਜੇ ਦਰਸ਼ਨ ਹੋਏ ਨਹੀਂ, ਹਜੇ ਪ੍ਰਭੂ ਦੀ ਪ੍ਰਾਪਤੀ ਨਹੀਂ ਹੋਈ। ਗੁਰੂ ਅਰਜਨ ਸਾਹਿਬ ਕਹਿੰਦੇ ਸਿਰਫ ਜੇ ਪਿਆਸ ਹੀ ਪੈਦਾ ਹੋ ਗਈ ਨਾ ਦਰਸ਼ਨ ਦੀ, ਹਜੇ ਸਾਡੇ ਅੰਦਰ ਪਿਆਸ ਨਹੀਂ ਪੈਦਾ ਹੋਈ, ਹਜੇ ਸਾਡੇ ਅੰਦਰ ਇਹ ਭਾਵਨਾ ਨਹੀਂ ਪੈਦਾ ਹੋਈ। ਦਰਸ਼ਨ ਪਿਆਸੀ ਦਿਨ ਸੇ ਰਾਤ, ਚਿਤਮੋ ਅੰਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਜਿਸ ਦਿਨ ਸਾਡੇ ਅੰਦਰ ਦਰਸ਼ਨ ਦੀ ਪਿਆਸ ਪੈਦਾ ਹੋ ਗਈ, ਸਤਿਗੁਰੂ ਜੀ ਕਹਿੰਦੇ ਉਸ ਦਿਨ ਭਾਗ ਲੱਗ ਜਾਣਗੇ। ਅਸੀਂ ਸਾਹਿਬ ਜੀ ਦਾ ਬਚਨ ਪੜ੍ਹਦੇ ਹਾਂ ਕਿ ਇਹ ਸਾਚੇ ਨਾਮ ਕੀ ਲਾਗੈ ਭੂਖ, ਕਿ ਸੱਚੇ ਨਾਮ ਦੀ ਭੁੱਖ ਲੱਗ ਜਾਏ। ਪਰ ਇਹ ਲੱਗਦੀ ਕਿਉਂ ਨਹੀਂ ਹੈ? ਕਿਉਂਕਿ ਆਖਣ ਔਖਾ ਸਾਚਾ ਨਾਮ, ਇਹਨੂੰ ਆਖਣਾ ਔਖਾ ਹੈ। ਪਰ ਜਿਹੜਾ ਇਹਨੂੰ ਆਖ ਲੈਂਦਾ ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ, ਜਿਹੜਾ ਤੁਰ ਪੈਂਦਾ ਫਿਰ ਕਹਿੰਦੇ ਉਹਨੂੰ ਭੁੱਖ ਲੱਗ ਜਾਂਦੀ ਹੈ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਆਂ ਹੈ ਦੁੱਖ। ਹਜੇ ਪ੍ਰਾਪਤੀ ਨਾ ਵੀ ਹੋਏ, ਸਤਿਗੁਰੂ ਜੀ ਕਹਿੰਦੇ ਜੇ ਭੁੱਖ ਲੱਗ ਗਈ ਨਾ, ਜੇ ਅੰਦਰ ਤਲਬ ਪੈਦਾ ਹੋ ਗਈ ਦਰਸ਼ਨਾਂ ਦੀ, ਸਤਿਗੁਰੂ ਜੀ ਕਹਿੰਦੇ ਸਾਰੇ ਦੁੱਖ ਉਹਦੇ ਮਿਟ ਜਾਂਦੇ ਆ। ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ, ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ, ਜਿਹਦੇ ਅੰਦਰ ਦਰਸ਼ਨ ਦੀ ਪਿਆਸ ਹੈ, ਨਾਨਕ ਤਾਕੈ ਬਲ ਬਲ ਜਾਸਾ। ਅਸੀਂ ਉਸ ਤੋਂ ਬਲਹਾਰ ਜਾਂਦੇ ਹਾਂ ਜੀ, ਕਿਉਂਕਿ ਉਹ ਬਿਰਲਾ ਹੈ ਜਿਹੜੇ ਦੁਨੀਆ ਦੇ ਹੋਰ ਪਸਾਰਿਆਂ ਤੋਂ ਹਟ ਕੇ ਕਿਸ ਹੀ ਕੋਈ ਕੋਏ ਮੰਝ ਨਿਮਾਣੀ ਹਿੱਕ ਤੂੰ। ਉਹ ਪ੍ਰਭੂ ਦੇ ਦਰਸ਼ਨ ਦੀ ਪਿਆਸ ਰੱਖਦਾ ਹੈ ਜੀ। ਸਗਲ ਪੁਰਖ ਮਹਿ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ। ਸਤਿਗੁਰੂ ਜੀ ਕਹਿੰਦੇ ਆ ਸਾਰੇ ਪੁਰਖਾਂ ਤੋਂ ਉਹ ਉੱਤਮ ਪੁਰਖ ਹੈ। ਸਗਲ ਪੁਰਖ ਮਹਿ ਪੁਰਖ ਪ੍ਰਧਾਨ, ਪਹਿਲੇ ਪੁਰਖ ਦੇ ਖੱਖੇ ਨੂੰ ਔਂਕੜ ਨਹੀਂ ਹੈ, ਮੁਕਤਾ ਹੈ। ਦੂਸਰੇ ਪੁਰਖ ਦੇ ਖੱਖੇ ਨੂੰ ਔਂਕੜ ਉਹਦੀ ਮਾਤਰਾ ਹੈ। ਪਹਿਲਾ ਜਿਹੜਾ ਪੁਰਖ ਹੈ ਸਗਲ ਪੁਰਖ, ਉਹ ਹੈ ਬਹੁਵਚਨ, ਸਾਰਿਆਂ ਪੁਰਖਾਂ ਦੇ ਵਿੱਚੋਂ ਪੁਰਖ ਪ੍ਰਧਾਨ। ਦੂਸਰਾ ਹੈ ਇੱਕ ਵਚਨ, ਸਾਰਿਆਂ ਦੇ ਵਿੱਚੋਂ ਕੋਈ ਇੱਕੋ ਹੀ ਬਣੇਗਾ, ਕੋਈ ਵਿਰਲਾ ਹੀ ਹੈ। ਜਿੱਥੇ ਔਂਕੜ ਆ ਗਿਆ ਉੱਥੇ ਇੱਕ ਵਚਨ, ਸਿੰਗਲ ਪਰਸਨ ਹੋ ਗਿਆ ਜੀ, ਸਿੰਗੂਲਰ। ਜਿੱਥੇ ਖੱਖੇ ਨੂੰ ਔਂਕੜ ਨਹੀਂ ਹੈ ਉਹ ਹੋ ਗਿਆ ਜੀ ਪਲੂਰਲ, ਬਹੁਵਚਨ। ਸਾਰਿਆਂ ਪੁਰਖਾਂ ਦੇ ਵਿੱਚ ਉਹ ਪੁਰਖ ਪ੍ਰਧਾਨ ਹੈ। ਕੌਣ ਹੈ? ਸਾਧ ਸੰਗ ਜਾ ਕਾ ਮਿਟੈ ਅਭਿਮਾਨ। ਇੱਕ ਅਭਿਮਾਨ ਮਿਟਾਣਾ ਬਿਲਕੁਲ ਮੁਸ਼ਕਿਲ ਹੈ, ਨਹੀਂ ਮਿਟਦਾ। ਕੋਈ ਹੋਏ ਇੰਦਰੀ ਜਿਤ ਸਿੱਖ, ਧੰਨ ਗੁਰੂ ਅਮਰਦਾਸ ਜੀ ਦੀ ਕਿਰਪਾ ਸਦਕਾ, ਜਿਹੜਾ ਆਪਣਾ ਅਭਿਮਾਨ ਮਿਟਾ ਸਕੇ। ਤੇ ਜਪਜੀ ਸਾਹਿਬ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਉਹੀ ਪ੍ਰਵਾਨ ਤੇ ਉਹੀ ਪ੍ਰਧਾਨ ਹੈ ਜਿਹੜੇ ਪ੍ਰਭੂ ਦੇ ਹੁਕਮ ਤੇ ਤੁਰ ਚੁੱਕਿਆ ਹੈ। ਪੜ੍ਹਦੇ ਹਾਂ ਅਸੀਂ 16ਵੀਂ ਪੌੜੀ 'ਚ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋ ਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਰੈ ਕਰੇ ਵਿਚਾਰ, ਕਰਤੈ ਕੈ ਕਰਨਾ ਨਾ ਹੀ ਸ਼ੁਮਾਰ। ਕਹਿੰਦੇ ਕੋਈ ਵਿਚਾਰ ਕਰਨ ਵੀ ਲੱਗ ਜੇ ਤੇ ਉਸ ਪ੍ਰਭੂ ਦੀ ਵਿਚਾਰ ਦੀ ਅੰਤ ਨਹੀਂ ਹੈ, ਸ਼ੁਮਾਰਤਾ ਨਹੀਂ ਹੈ। ਪਰ ਉਹੀ ਹੈ ਜਿਹੜਾ ਪੰਚ, ਜਿਹੜਾ ਸਤਿਗੁਰੂ ਜੀ ਦੀ ਕਿਰਪਾ। ਕਿਹੜੀ ਕਿਰਪਾ ਹੈ? ਆਪਣੀ ਹਉਮੈ ਨੂੰ ਤਿਆਗ ਚੁੱਕਾ ਹੈ ਸੰਗਤ ਵਿੱਚ ਆ ਕੇ, ਉਹਨੇ ਹੁਕਮ ਨੂੰ ਬੁੱਝ ਲਿਆ। ਇਹਨੂੰ ਕਿਹਾ ਕਿਵ ਸਚਿਆਰਾ ਹੋਈਆ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਇਹ ਹੈ ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਕਾ ਮਿਟੈ ਅਭਿਮਾਨ, ਜਿਹਦਾ ਅਭਿਮਾਨ ਮਿਟ ਜਾਏ। ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਊਚਾ,
ਸਤਿਗੁਰੂ ਜੀ ਕਹਿੰਦੇ ਇੱਥੇ ਤੇ ਉੱਚੇ ਤੋਂ ਉੱਚਾ ਉਹੀ ਪ੍ਰਭੂ ਹੈ, ਉਹਨੂੰ ਹੀ ਉੱਚੇ ਤੋਂ ਉੱਚਾ ਕਹੋ, ਤੇ ਇੱਥੇ ਆ ਕੇ ਆਪਣੇ ਆਪ ਨੂੰ ਨੀਚੇ ਤੋਂ ਨੀਚਾ ਆਖੋ, ਨੀਚ ਤੋਂ ਨੀਚ ਆਖੋ। ਭਗਤ ਜੀ ਦਾ ਬਚਨ ਬੜਾ ਕੀਮਤੀ ਹੈ। ਉਹ ਕਹਿੰਦੇ ਹੈ, ਨਿਰਪਕੰਨਿਆ ਕੈ ਕਾਰਨ ਹੈ ਇੱਕ ਭਇਆ ਪੇਖ ਧਾਰੀ, ਕਾਮ ਆਰਥੀ ਸਵਾਰਥੀ ਬਾਕੀ ਪੈਚ ਸਵਾਰੀ, ਤਉ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਰਸ। ਖੈਰ ਇਹ ਗੱਲਾਂ ਇਹ ਹੈ ਕਿ ਜੇ ਇੱਕ ਗਿੱਦੜਾਂ ਤੋਂ ਬਚਣ ਵਾਸਤੇ, ਹਿਰਨਾਂ ਤੋਂ, ਮਿਰਗਾਂ ਤੋਂ, ਕੁੱਤਿਆਂ ਤੋਂ ਬਚਣ ਵਾਸਤੇ, ਸ਼ਿਕਾਰੀ ਕੁੱਤਿਆਂ ਤੋਂ ਸ਼ੇਰ ਦੀ ਸ਼ਰਨ ਵਿੱਚ ਚਲਾ ਜਾਏ, ਜੇ ਸ਼ੇਰ ਦੀ ਸ਼ਰਨ ਵਿੱਚ ਆ ਕੇ ਵੀ ਉਹਨੂੰ ਸ਼ਿਕਾਰੀ ਕੁੱਤੇ ਵੱਢ ਲੈਣ, ਗਿੱਦੜ ਵੱਢ ਲੈਣ, ਤੇ ਫਿਰ ਉਹਨੂੰ ਸ਼ੇਰ ਦੀ ਸ਼ਰਨ ਦੇ ਵਿੱਚ ਆਉਣ ਦਾ ਫਾਇਦਾ ਕੀ ਹੋਇਆ? ਭਗਤ ਜੀ ਇਹੀ ਕਹਿੰਦੇ, ਤਉ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ। ਪ੍ਰਭੂ ਜੀ ਤੁਹਾਡੀ ਸ਼ਰਨ ਵਿੱਚ ਆ ਗਿਆ, ਮੈਂ ਤੇ ਆਪਣੇ ਆਪ ਨੂੰ ਉੱਚਾ ਉੱਚਾ ਹੀ ਕਹਿਣਾ, ਪਰ ਤੁਹਾਡੀ ਸ਼ਰਨ ਵਿੱਚ ਆਉਣ ਦਾ ਫਾਇਦਾ ਕੀ ਹੋਇਆ ਕਿ ਜੇ ਮੈਂ ਤੁਹਾਨੂੰ ਉੱਚਾ ਉੱਚਾ ਨਾ ਆਖਾਂ ਤੇ ਆਪਣੇ ਆਪ ਨੂੰ ਨੀਚ ਨੀਚ ਨਾ ਆਖਾਂ। ਤੁਸੀਂ ਕਿਰਪਾ ਕਰੋ ਕਿ ਮੈਂ ਇਹ ਆਖ ਸਕਾਂ, ਮੈਂ ਨਾਹੀਂ ਕਛ ਹਉ ਨਾਹੀਂ ਕਿਛ ਆਹੇ ਨਾ ਮੋਰਾ। ਮੈਂ ਕੁਝ ਵੀ ਨਹੀਂ ਹਾਂ, ਮੈਥੋਂ ਕੁਛ ਵੀ ਨਹੀਂ ਹੁੰਦਾ। ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕਹਿ ਸਰੀਰ। ਕਬੀਰ ਸਾਹਿਬ ਕਹਿ ਦਿੱਤਾ ਕਿ ਮੈਂ ਕੁਛ ਨਹੀਂ ਹਾਂ, ਨੀਚ ਕਹਿ ਦਿੱਤਾ। ਹਉ ਨਾਹੀਂ ਕਛ ਹੋ ਨਾਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਇਹ ਸਿੱਖੀਏ ਪ੍ਰਭੂ ਤੋਂ, ਆਪਸ ਕੋ ਜੋ ਜਾਣੈ ਨੀਚਾ। ਉੱਚੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸਿੰਬਲ ਦੇ ਰੁੱਖ ਵੀ ਹੁੰਦੇ ਆ, ਪਰ ਉਹਨਾਂ ਤੋਂ ਮਿਲਦਾ ਕੀ ਹੈ? ਸਿੰਬਲ ਰੁੱਖ ਸਰ ਆਇਰਾ। ਸਰ ਆਇਰਾ ਦਾ ਮਤਲਬ ਸਰ ਭਾਵ ਤੀਰ ਵਰਗਾ ਸਿੱਧਾ ਹੁੰਦਾ। ਅਤ ਦੀਰਘ ਅਤ ਮੂਚ, ਓਏ ਜੇ ਆਵਹਿ ਆਸ ਕਰ ਜਾਏ ਨਿਰਾਸੈ ਕਿਤ। ਤੋਤੇ ਉਹਦੇ ਉੱਤੇ ਆਉਂਦੇ ਆ, ਪੰਛੀ ਉਹਦੇ ਉੱਤੇ ਆਉਂਦੇ ਆ ਕਿ ਉਹਦੇ ਉੱਤੇ ਫੁੱਲ ਲੱਗੇ ਹੋਏ ਆ। ਕਹਿੰਦੇ ਨਾ ਉਹਨਾਂ ਫੁੱਲਾਂ 'ਚੋਂ ਕੋਈ ਰਸ ਮਿਲਦਾ ਅਤੇ ਨਾ ਉਹਨਾਂ ਦੇ ਵਿੱਚੋਂ ਫਲ ਫਿੱਕੇ ਫੁੱਲ ਬੱਕੇ। ਕੰਮ ਨਾ ਆਵਹਿ ਪੱਤ, ਕਹਿੰਦੇ ਕੁਛ ਵੀ ਕੰਮ ਨਹੀਂ ਆਉਂਦਾ। ਸਗੋਂ ਤੋਤਾ ਸਿੰਬਲ ਦੇ ਰੁੱਖਾਂ ਦੇ ਵਿੱਚ ਆਪਣੀ ਚੁੰਝ ਮਾਰਦਾ। ਉਹਨਾਂ ਦੇ ਫੁੱਲਾਂ ਦੇ ਅੰਦਰ ਇਹੋ ਜਿਹਾ ਗੁੱਦਾ ਹੁੰਦਾ ਕਿ ਉਹਦੇ ਵਿੱਚ ਤੋਤੇ ਦੀ ਚੁੰਝ ਫਸ ਜਾਂਦੀ ਹੈ। ਬਸ ਫਿਰ ਤੋਤਾ ਆਪਣੀ ਚੁੰਝ ਕੱਢ ਨਹੀਂ ਸਕਦਾ, ਉੱਥੇ ਹੀ ਮਰ ਜਾਂਦਾ। ਕਹਿੰਦੇ ਫਿਰ ਮਿਲਿਆ ਕੀ ਵੱਡੇ ਵੱਡਿਆਂ ਤੋਂ? ਸਤਿਗੁਰੂ ਜੀ ਕਹਿੰਦੇ ਕੁਛ ਨਹੀਂ ਮਿਲਦਾ। ਫਲ ਫਿੱਕੇ ਫੁੱਲ ਬੱਕੇ ਕੰਮ ਨਾ ਆਵਹਿ ਪੱਤ। ਜੇ ਮਿਲਦਾ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਕਹਿੰਦੇ ਜੇ ਮਿਲਦਾ ਤਾਂ ਮਿੱਠਤ ਨੀਵੀਂ ਨਾਨਕਾ ਵਿੱਚੋਂ ਮਿਲਦਾ। ਇਹ ਹੈ ਸਤਿਗੁਰੂ ਜੀ ਕਹਿੰਦੇ ਹੈ, ਆਪਸ ਕੋ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਊਚਾ, ਨਿਵੈ ਸੋ ਗੌਰਾ ਹੋਏ। ਨਿਵੈ ਦਾ ਮਤਲਬ ਜਿਸ ਤਰ੍ਹਾਂ ਤਕੜੀ ਦਾ ਜਿਹੜਾ ਪਾਸਾ ਭਾਰਾ ਹੁੰਦਾ ਹੈ ਉਹੀ ਨੀਵਾਂ ਹੁੰਦਾ ਅਤੇ ਉਹਨੂੰ ਹੀ ਵੱਧ ਆਖਿਆ ਜਾਂਦਾ। ਅਤੇ ਇਸ ਕਰਕੇ ਗੌਰਾ ਦਾ ਮਤਲਬ ਜਿਹੜਾ ਨੀਵਾਂ ਹੋ ਕੇ ਚੱਲਦਾ ਉਹਦੇ ਅੰਦਰ ਪ੍ਰਭੂ ਦੇ ਗੁਣ ਭਰੇ ਹੁੰਦੇ ਨੇ। ਤੁਸੀਂ ਦੇਖੋਗੇ ਇਸ ਧਰਤੀ 'ਤੇ ਸਾਰੇ ਸਥਾਨ ਜਿੰਨੇ ਮਰਜ਼ੀ ਨੇ, ਭਾਵੇਂ ਉਹ ਬ੍ਰਹਮਾ ਵਿਸ਼ਨੂੰ ਮਹੇਸ਼, ਭਾਵੇਂ ਉਹ ਮਸੀਤਾਂ ਨੇ, ਭਾਵੇਂ ਕੁਛ ਨੇ, ਭਾਵੇਂ ਉਹ ਚਰਚ ਨੇ, ਮੈਂ ਦੇਖੋ ਜ਼ਿਆਦਾ ਜ਼ਿਕਰ ਨਹੀਂ ਕਰਦਾ। ਸਾਰੇ ਸਥਾਨ ਪੌੜੀਆਂ ਚੜ੍ਹ ਕੇ ਹੀ ਨੇ। ਇੱਕੋ ਇੱਕ ਸਥਾਨ ਇਸ ਧਰਤੀ 'ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਡਿਠੈ ਸਭੇ ਥਾਮ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤੇ ਜਾ ਤੂ ਸੋਹਿਆ। ਉਹੀ ਥਾਂ ਹੈ ਜਿਹੜੀ ਪੌੜੀਆਂ ਥੱਲੇ ਲੱਥ ਕੇ ਜਾਣਾ ਪੈਂਦਾ ਸਾਨੂੰ। ਨਿਵੈ ਸੋ ਗੌਰਾ ਹੋਏ, ਕਿਉਂਕਿ ਉਹ ਇੱਕ ਮਾਡਲ ਹੈ ਸਿੱਖ ਦੇ ਜੀਵਨ ਦਾ। ਖੈਰ ਸਤਿਗੁਰੂ ਜੀ ਕਹਿੰਦੇ ਹੈ ਜਿਹੜਾ ਝੁਕ ਜਾਂਦਾ ਹੈ, ਆਪਸ ਕੋ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ, ਉਹ ਸਭ ਤੋਂ ਉੱਚਾ ਗਿਣਿਆ ਜਾਂਦਾ ਹੈ ਜੀ। ਜਾਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤੇ ਤਿੰਨ ਘਟ ਘਟ ਚੀਨਾ। ਜਿਹੜਾ ਮਨ ਸਾਰਿਆਂ ਦੀ ਰੇਣੂਕਾ ਹੋ ਜਾਏ ਨਾ, ਜਿਵੇਂ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਆ ਕਿ ਦਿਲੋਂ ਮੁਹੱਬਤ ਜਿਨ ਸਹੀ ਸਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਚਿਆ। ਇਸੀ ਸ਼ਬਦ ਦੇ ਵਿੱਚ ਅੱਗੇ ਜਾ ਕੇ ਕਹਿੰਦੇ ਆ, ਕਹਿੰਦੇ ਤੇਰੀ ਪਨਾਹ ਖੁਦਾਏ ਤੂੰ ਬਖਸ਼ਿੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਮੇਰੀ ਝੋਲੀ ਦੇ ਵਿੱਚ ਖੈਰ ਪਾ ਬੰਦਗੀ। ਪਰ ਇੱਕ ਤੁਕ ਪਹਿਲਾਂ ਕਹਿ ਦਿੱਤਾ, ਕਹਿੰਦੇ ਉਹ ਖੈਰ ਕਿਵੇਂ ਪਈ ਹੈ? ਉਹ ਇਵੇਂ ਪਈ ਹੈ, ਕਹਿੰਦੇ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਜਿਨ੍ਹਾਂ ਨੇ ਸੱਚ ਦੀ ਪ੍ਰਾਪਤੀ ਕਰ ਲਈ ਹੈ, ਮੈਂ ਉਹਨਾਂ ਦੀ ਪੈਰਾਂ ਦੀ ਖਾਕ ਹੋ ਗਿਆ। ਅਤੇ ਗੁਰੂ ਨਾਨਕ ਸਾਹਿਬ ਵੀ ਇਹੀ ਕਹਿੰਦੇ ਆ, ਬਦਬਖਤ ਹਮਚੂੰ ਬਖੀਲ ਗਾਫਲ ਬੇਨਜ਼ਰ ਬੇਬਾਕ, ਨਾਨਕ ਬਗੋਇਤ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਮੈਂ ਤਾਂ ਬੜਬੋਲਾ ਹਾਂ, ਵੱਧ ਬੋਲਣ ਵਾਲਾ ਹਾਂ, ਪਰ ਮੈਨੂੰ ਤੇਰੇ ਜਨ, ਤੇਰੇ ਬੰਦਗੀ ਕਰਨ ਵਾਲਿਆਂ ਦੇ ਚਰਨਾਂ ਦੀ ਖਾਕ ਬਣਾ ਦਿਓ ਬਸ।
ਨਾਨਕ ਭੁਗੋਇਤ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਨ ਤੁਰਾ ਮੈਂ ਤੇਰੇ ਜਨਾਂ ਦੀ ਚਾਕਰਾਂ ਪਾ ਖਾਕ, ਚਾਕਰਾਂ ਦੇ ਪੈਰਾਂ ਦੀ ਖਾਕ ਹਾਂ। ਜਾਕਾ ਮਨ ਹੋਈ ਸਗਲ ਕੀ ਰੀਨਾ, ਰੀਨਾ ਕਹਿੰਦੇ ਰੇਣੂਕਾ, ਰੀਨਾ ਕਹਿੰਦੇ ਚਰਨ ਧੂਲ। ਹਰ ਹਰ ਨਾਮ ਤਿਨ ਘਟ ਘਟ ਚੀਨਾ, ਜਿਹੜਾ ਮਨ ਝੁਕ ਗਿਆ ਉਹਨੂੰ ਫਿਰ ਸਬੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲਾ ਰੇ। ਸਭ ਦੇ ਅੰਦਰ ਪਰਮਾਤਮਾ ਦਿਸਦਾ ਹੈ ਜੀ। ਚੀਨਾ ਦਾ ਮਤਲਬ ਦਿਸ ਜਾਣਾ। ਹਰ ਹਰ ਨਾਮ ਤਿਨ ਘਟ ਘਟ ਚੀਨਾ, ਸਭ ਦੇ ਅੰਦਰ ਪ੍ਰਭੂ ਦਿਸਦਾ ਹੈ ਜੀ। ਮਨ ਅਪੁਨੇ ਤੇ ਬੁਰਾ ਮਿਟਾਨਾ, ਵੇਖੈ ਸਗਲ ਸ੍ਰਿਸ਼ਟ ਸਾਜਨਾ। ਸਤਿਗੁਰੂ ਜੀ ਕਹਿੰਦੇ ਦੂਜਿਆਂ ਨੂੰ ਬੁਰਾ ਕਹਿਣ ਨਾਲੋਂ ਆਪਣੇ ਅੰਦਰ ਦੀ ਬੁਰਾਈ ਨੂੰ ਖਤਮ ਕਰੋ। ਉਹ ਮਾੜਾ, ਉਹ ਮਾੜਾ, ਉਹ ਮਾੜਾ, ਉਹ ਮਾੜਾ। ਸਤਿਗੁਰੂ ਜੀ ਕਹਿੰਦੇ ਹੈ ਕਿ ਭਾਈ ਜਿੰਨੀ ਵਾਰੀ ਤੁਸੀਂ ਦੂਸਰੇ ਨੂੰ ਮਾੜਾ ਕਹੋਗੇ, ਆਪਣੇ ਅੰਦਰ ਦੀ ਬੁਰਾਈ ਨੂੰ ਹੋਰ ਵਧਾਓਗੇ ਅਤੇ ਆਪਣੇ ਅੰਦਰ ਦੀ ਚੰਗਿਆਈ ਨੂੰ ਮਾਰੇ ਜਾਓਗੇ। ਸਿਆਣੇ ਪੁਰਖ ਇਹੀ ਕਹਿੰਦੇ ਆ ਕਿ ਕਿਸੇ ਵੱਲ ਇੱਕ ਉਂਗਲੀ ਕਰ ਰਹੇ ਹੋ ਅਤੇ 3 ਉਂਗਲੀਆਂ ਤੁਹਾਡੇ ਆਪਣੇ ਵੱਲ ਨੇ। ਇਹਦਾ ਮਤਲਬ ਕਿ ਕਿਸੇ ਨੂੰ ਬੁਰਾ ਕਹਿਣ ਨਾਲੋਂ, ਕਿ ਬਾਬਾ ਸ਼ੇਖ ਫਰੀਦ ਜੀ ਕਹਿੰਦੇ, ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਨੜੇ ਗਰੀਵਾਨ ਮੇਂ ਸਿਰ ਨੀਵਾਂ ਕਰ ਦੇਖ। ਆਪਣੇ ਆਪ ਨੂੰ ਵੇਖ ਤੂੰ ਸਿਰ ਝੁਕਾ ਕੇ ਕਿ ਤੇਰੇ ਅੰਦਰ ਕਿੰਨੇ ਅਵਗੁਣ ਨੇ। ਇਹ ਹੈ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਪਰ ਜਿਹੜਾ ਕੋਈ ਮਨ ਆਪਣੇ ਤੇ ਬੁਰਾ, ਇੱਥੇ ਵੀ ਆਪਣੇ ਪੜ੍ਹਨਾ ਜੀ, ਆਪਣੇ ਨਹੀਂ ਪੜ੍ਹਨਾ। ਬੜਾ ਸਟਲ ਸੂਖਸ਼ਮ ਜਿਹਾ ਉਚਾਰਨ ਹੈ ਆਪਣੇ ਤੇ ਆਪਣੇ ਦੇ ਵਿੱਚ। ਮਨ ਆਪਣੇ ਤੇ ਬੁਰਾ ਮਿਟਾਨਾ, ਜਿਹੜੇ ਆਪਣੇ ਮਨ ਦੇ ਵਿੱਚੋਂ ਬੁਰਾਈ ਨੂੰ ਮਾਰਨਾ ਸ਼ੁਰੂ ਕਰ ਦਿੰਦਾ, ਉਹ ਮੰਨ ਲੈਂਦਾ ਕਿ ਬੁਰਾਈ ਮੇਰੇ ਅੰਦਰ ਹੀ ਹੈ, ਮੈਂ ਮਾਰਨੀ ਸ਼ੁਰੂ ਕਰਾਂ, ਮੈਂ ਇਸ ਅੰਦਰ ਦੀ ਬੁਰਾਈ ਨੂੰ ਖ਼ਤਮ ਕਰਾਂ ਪਹਿਲਾਂ, ਦੂਸਰੇ ਨੂੰ ਕਸੂਰ ਦੇਣ ਤੋਂ ਪਹਿਲਾਂ। ਅਤੇ ਫਿਰ ਸਤਿਗੁਰੂ ਜੀ ਕਹਿੰਦੇ, ਪੇਖੈ ਸਗਲ ਸ੍ਰਿਸ਼ਟ ਸਾਜਨਾ। ਉਹ ਸਾਰੀ ਸ੍ਰਿਸ਼ਟੀ ਉਹਨੂੰ ਆਪਣੇ ਸਾਜਣ ਵਰਗੀ ਲੱਗਦੀ ਹੈ। ਇਹਨੂੰ ਕਿਹਾ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਉਹਨੂੰ ਸਾਰੀ ਸ੍ਰਿਸ਼ਟੀ ਫਿਰ ਆਪਣੀ ਮਿੱਤਰ ਹੀ ਲੱਗਦੀ ਹੈ ਜੀ। ਸੂਖ ਦੂਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਜਿਹੜਾ ਮਨੁੱਖ ਸੁੱਖ ਅਤੇ ਦੁੱਖ ਨੂੰ ਸਮ ਕਰਕੇ ਜਾਣਦਾ, ਕੋਈ ਬ੍ਰਹਮ ਗਿਆਨੀ ਹੀ ਹੈ। ਕੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਖਸ਼ਿਸ਼ ਨਾਲ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹ ਵਾਲੀ ਬਖਸ਼ਿਸ਼ ਵਾਲਾ ਹੈ, ਕੋਈ ਵਿਰਲਾ ਹੈ। ਸੂਖ ਦੂਖ ਜਨ ਸਮ ਦ੍ਰਿਸ਼ਟੇਤਾ, ਜਿਹੜਾ ਸਮ ਦੇਖਦਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਫਿਰ ਉਸ ਮਨੁੱਖ ਦੇ ਸਰੀਰ ਅਤੇ ਮਨ ਦੇ ਉੱਤੇ ਪਾਪ ਅਤੇ ਪੁੰਨ ਦਾ ਲੇਪ ਵੀ ਨਹੀਂ ਚੜ੍ਹਦਾ। ਨਾ ਉਹਨੂੰ ਪਾਪ ਦਾ ਭਉ ਹੈ ਅਤੇ ਨਾ ਉਹਨੂੰ ਪੁੰਨ ਦੀ ਪਰਵਾਹ ਹੈ। ਉਹ ਜੋ ਕਰਦਾ ਹੈ ਸਤਿਗੁਰ ਦੀ ਬਖਸ਼ਿਸ਼ ਦੇ ਨਾਲ ਭਲਾ ਹੀ ਕਰਦਾ ਹੈ ਜੀ। ਨਿਰਧਨ ਕੋ ਧਨ ਤੇਰੋ ਨਾਉ, ਨਿਥਾਵੇ ਕਉ ਨਾਉ ਤੇਰਾ ਥਾਉ। ਨਿਰਧਨ, ਜਿਹਦੇ ਕੋਲ ਕੁਛ ਨਹੀਂ ਹੈ, ਪਾਛੰ ਕਰੋਤ ਅਗਰਣੀ ਵਹ, ਨਿਰਾਸੰਗ ਆਸ ਪੂਰਨ ਹੈ। ਨਿਰਧਨੰ ਭਯੰ ਧਨਵੰਤ ਹੈ, ਰੋਗੀਅੰ ਰੋਗ ਖੰਡਨ ਹੈ। ਭਗਤਿਅੰ ਭਗਤ ਦਾਨੰ, ਰਾਮ ਨਾਮ ਗੁਣ ਕੀਰਤਨ ਹੈ। ਪਾਰ ਬ੍ਰਹਮ ਪੁਰਖ ਦਾਤਾਰ ਹੈ, ਨਾਨਕ ਗੁਰ ਸੇਵਾ ਕਿ ਨਾ ਲੱਭਿਅਤੇ। ਸਭ ਕੁਛ ਮਿਲਦਾ। ਨਿਰਧਨ, ਜਿਹਨੂੰ ਕੋਈ ਨਹੀਂ ਜਾਣਦਾ, ਇਹ ਹੈ ਨਿਰਧਨੰ ਭਯੰ ਧਨਵੰਤ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਏ ਨਾ ਸਾਕੈ ਜਾਲੇ। ਨਿਰਧਨ ਕੋ ਧਨ, ਇਹ ਪ੍ਰਭੂ ਦਾ ਨਾਮ ਇਹ ਵੀ ਦੇਣ ਵਾਲਾ ਹੈ। 4 ਪਦਾਰਥ ਸਾਰੇ ਆ ਗਏ ਦੇ ਵਿੱਚ। ਨਿਰਧਨ ਕੋ ਧਨ ਤੇਰੋ ਨਾਉ, ਤੁਹਾਡਾ ਨਾਮ ਹੀ ਉਹਨੂੰ ਹਰ ਤਰ੍ਹਾਂ ਦੀ ਬਖਸ਼ਿਸ਼ ਦੇਣ ਵਾਲਾ ਹੈ। ਨਿਥਾਵੇ ਕੋ ਨਾਉ ਤੇਰਾ ਥਾਉ, ਜਿਹੜਾ ਨਿਥਾਵਾਂ ਹੈ, ਜਿਹਨੂੰ ਕੋਈ ਥਾਂ ਨਹੀਂ ਹੈ, ਉਹਨੂੰ ਵੀ ਥਾਂ ਦੇਣ ਵਾਲਾ ਪ੍ਰਭੂ ਦਾ ਨਾਮ ਹੈ। ਨਿਮਾਨੇ ਕਉ ਪ੍ਰਭ ਤੇਰੋ ਮਾਨ, ਸਗਲ ਘਟਾ ਕੋ ਦੇਵੋ ਦਾਨ। ਜਿਹੜਾ ਨਿਮਾਣਾ ਜਿਹਾ ਹੈ, ਜਿਹਨੂੰ ਕੋਈ ਨਹੀਂ, ਸਭ ਧੱਕੇ ਮਾਰਦੇ ਹੈ, ਪਾਛੰ ਕਰੋਤ, ਉਹਨੂੰ ਗੁਰੂ ਦਾ ਨਾਮ ਅਗਰਣੀ ਵਹ, ਆਗੂ ਬਣਾ ਦਿੰਦਾ। ਨਿਮਾਨੇ ਕੋ ਪ੍ਰਭ ਤੇਰੋ ਮਾਨ, ਤੁਹਾਡਾ ਮਾਨ ਹੈ। ਸਗਲ ਘਟਾ ਕੋ ਦੇਵੋ ਦਾਨ, ਸਭ ਦੇ ਅੰਦਰ ਬਖਸ਼ਿਸ਼ਾਂ ਦੇਣ ਵਾਲਾ ਉਹ ਪ੍ਰਭੂ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਾਸਰਕੇ ਗਿੱਲਾਂ, ਉਹਨਾਂ ਦਾ ਜਨਮ ਸਥਾਨ ਹੈ। ਸਤਿਗੁਰੂ ਜੀ ਤੇਜ ਭਾਣ ਜੀ ਦੇ ਇੱਕ ਗ੍ਰਹਿ ਵਿਖੇ ਪ੍ਰਗਟ ਹੋਏ। ਸਤਿਗੁਰੂ ਜੀ ਦੀ ਬੜੀ ਬਖਸ਼ਿਸ਼ ਹੈ ਜੀ। 19 ਸਾਲ ਭਾਵੇਂ ਗੰਗਾ ਇਸ਼ਨਾਨ ਅਤੇ ਦੇਵੀ ਦਰਸ਼ਨਾਂ ਨੂੰ ਜਾਂਦੇ ਰਹੇ, ਪਰ ਜਿਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਚਨ ਆਪਣੇ ਘਰ ਦੇ ਵਿੱਚ ਬੀਬੀ ਅਮਰੋ ਜੀ ਦੇ ਮੁਖਾਰਬਿੰਦ ਤੋਂ ਸਰਵਣ ਕੀਤਾ, ਅਤੇ ਫਿਰ ਉਹਨਾਂ ਦਾ ਜੀਵਨ
बिल्कुल तब्दील हो गया। जिहड़ा वो बचन सी कि कोयले पाप पड़े तिस ऊपर मन जलिया सन्नी चिंत भई भया मनूर कंचन फिर होवै जे गुर मिलै तिनेहा एक नाम अमृत ओह देवै तो नानक तृष्टस देहा। जे प्रभु कृपा कर दे तो गई बहौड़ निकली हुई उम्र भी फिर जिहड़ी बाकी रह गई है वह भी बख्शिशां भरपूर हो जाती है। एक तरह का पछतावे तो भी गुरु का नाम बचाउंदा है, गुरु बांह पकड़दा है। 12 साल फिर गागर ढोण की सेवा की, कुड़माचारी की भी परवाह नहीं की, लोक लज्जा की भी परवाह नहीं की, 12 साल सेवा की। अज असी घड़ी सेवा कर लीए ना सानू तो तमगे लग जाते मोढे ते, लै भी साडे वर्गा कौन हैगा हुण दस्से मैं तो वो सेवा की, मैं ये कीता, मैं वो कीता। भाई 12 साल गुरु के सिखों, 12 साल 12 दिन 12 महीने नहीं, इक्को ही सेवा गागर ढोण दी अमृत वेले, भावें झक्खड़ झांगी होए भावें मीह वरसे, झक्खड़ झांगी मीह वरसे भी गुर देखण जाई समुंद सागर होवै बहु खारा बहु खारा। भावें ये भी होए गुरसिख लंघ गुरु पै जाई, ये सच वरता के दिखाया गुरु अमरदास जी ने। तो 12 साल की सेवा तो बाद 72-74 साल की उम्र दे विच गुरता गद्दी के वारस भी बने, तो 12 बख्शिशां मिलियां। किहड़ियां बख्शिशां 12 दित्तियां असी हुणे पढ़िया ना, निर्धन को धन तेरो नाम, निथावे को नाउ तेरा थाओ, निमाने को प्रभ तेरो मान। गुरु अंगद साहब जी ने 12 बख्शिशां गुरु अमरदास जी नूं दित्तियां। गुरु अमरदास जी तुम हो निमानन के मान, तुम हो निथावे के थान, तुम हो न्योटियां की ओट, तुम हो निआसरियां के आसिर, तुम हो निधरियां की धिर नूं तुसी, तुम हो निधीरियां की धीर। धीरजवान नूं धीरज देण वाले, जिदा धीरज नहीं हो। गई बहोड़ हो, तुसी रिजक दाते हो, प्रतिपालक हो, हर कुछ देण वाले हो। तो सतगुरु गुरु अमरदास महाराज जी ने फिर जद गुरता गद्दी दे वारिस बने तो सतगुरु जी ने 17 रागां दे विच बाणी उचारण की। 17 रागां दे विच बेअंत बाणी सतगुरु जी ने उहदे विचों आनंद साहब बाणी उचारण की। तो सतगुरु जी ने दस दिता कि भाई साची लिवै बिन देह निमाणी, देह निमाणी लिवै बाजो, क्या करे बेचारिया। सतगुरु जी ने समझा दिता, ए मन प्यारिया तू सदा सच संभाले, तू प्रभु दे गुण गा। ये नहीं क्योंकि ए मन चंचला चतराई किने ना पाया, चतराइयां सियाणपा नाल उहनूं पा नहीं सकदा। तू बस प्रभु दे गुण गाई जा। ए श्रवणों मेरियो सच है सुनने नूं पठाए, ए रसना तू अनरस राच रही, तेरी प्यास ना जाए, प्यास ना जाए हो रत किता जिचर हर रस पल्लै ना पाए। हर रस पीए पल्लै, हर रस पीए पल्ले पाए, हर रस पीए। सतगुरु जी कहते बहुड़ ना तृष्णा लागे आए, हर रस ये हर रस करमी पाई है। कहते कर्मां दे नाल जिहड़ा ये रस मिलता है ना, ये रसना तू अनरस राच रही, तेरी प्यास ना जाए, प्यास ना जाए हो रत किता जिचर हर रस पल्लै ना पाए। हर रस जिहड़ा मिलता है ये जद मिल जाता है, बहुड़ ना तृष्णा लागे आए। कहते फिर सारियां तृष्णावां तो फिर सतगुरु जी ने कह दिता, ए नेत्रो मेरियो हर तुम मैं जो धरी, हर बिन अवर ना देखो कोई, किसी होर नूं ना देखो। सतगुरु जी ने फिर ये सारा कुछ दस दिता कि भाई ये बाहर का पसारा, ये शरीर दे ज्ञान इंद्रे, ये कर्म इंद्रे, ये बहुत पासे भज्जी फिरदे, इनूं मोड़ के गुरु की बंदगी विच लाओ। भावें वो नैन ने, भावें वो श्रवण ने, पर जिहड़े गुरु अमरदास महाराज जी नूं चरना करके, पैरां करके, हत्थां करके, जेवा करके, अखां करके, जुबान करके धन आखदे ने, हिरदे करके धन आखदे ने, ते सिर करके सिर झुकाउंदे ने, उन्हां दा जीवन सखियत हुंदा है। मैं बहुत ही इत्थे विस्तार नहीं करांगा। चरण ता पर सखियत, चरण गुर अमर पवल रहे, जिहड़े गुरु अमर पास रस्ते ते तुरदे ने। हथ तां पर सखियत, हथ लगहें गुर अमर पै, जिहड़े गुरु अमरदास जी दे चरनां 'च लगदे ने। जी तां पर सखियत, जी गुर अमर भणीजै, जीब ओही धन है जिहड़ी धन गुरु अमरदास आखदी है। नैन तां पर सखियत, नयन गुर अमर भेटा है, जिहड़े गुरु अमरदास महाराज जी के दर्शन करते हैं। नैन तां पर सखियत, नैन गुर अमर पखीजै, तो फिर श्रवण तां पर सखियत, श्रवण गुर अमर सुनीजै। तो बाकी तुसी जिहड़ी कथा है 1:15 बजे कीती सी, मेरे यूट्यूब चैनल ते पई है। जे आप जी गुरु अमरदास जी बारे विस्तार नाल श्रवण करना चाहुंदे हो तो मेरे यूट्यूब चैनल ते वो हुणे ही कथा कीती सी, वो श्रवण कर सकते हो। सतगुरु जी गुरु अमरदास महाराज जी का जिहड़ा जीवन है, सेवा के पुंज ने वो, तो असी थोड़ी मोटी माड़ी मोटी सेवा करके बहुते ना फुले फिरीए। सतगुरु गुरु अमरदास जी तो दात मंगीए, सतगुरु जी जिस तरह तुसी सेवा कमाई है सबर दे विच,
बस सानू सेवा कमाउण दी दात बख्शो। और जिस तरह रंचक मात्र भी हौमै नहीं आई, बस जिस तरह तुहाडा जीवन सी रंचक मात्र तुसी दे दो, बस सानू सेवा करनी आ जाए, सानू सेवा दी फल दी प्राप्ति दी लालसा रंचक मात्र भी ना रहे जिस तरह तुहाडे विच नहीं सी। बस सेवा करनी आ जाए, बस सेवा ही करिए, तुरे ही रहिए। बस जिस प्यारे स्यों ने, गुरु अंगद साहब जी की गल पल्ले बन लीए, जिस प्यारे स्यों ने तिस आगे मर चली है, त्रिग जीवन संसार ताकै पाछै जीवना। फिर सतगुरु जी कहते निमाने को प्रभ तेरो मान, सगल घटा को देवो दान। सब दे अंदर सतगुरु जी सब दी मनोकामना ते मनोरथ पूरन करन वाले ने जी। करन करावन हार स्वामी, सगल घटा के अंतरजामी। सब कुछ करन वाले ने, सब कुछ करावन हार स्वामी आओ। उस तो बिना कोई नहीं है। अपना कीता किछू ना होवै, ज्यों हर भावै तिवें बख्श। उस प्रभु दी ही रज़ा है, उस प्रभु दी ही कृपा है। सगल घटा के अंतरजामी, सब दे अंदर दी जानन वाले उही प्रभु ने। कोई भी लुक के, कोई भी फुरना उस प्रभु तो लुकिया होया नहीं है जी। अपनी गत मित जानो हो आपे, आपन संग आप प्रभ राते। तुसी आप कृपा करो जी कि सतगुरु जी ने कृपा की है। अपनी गतमित जान हो आपे, तुसी अपनी गतमित आप जानन वाले हो। आपन संग आप प्रभ राते। सतगुरु जी ने कृपा की है कि तुहाडी गतमित मनुख नहीं जान सकता। अपनी गतमित जान हो आपे। कौन जान सकता है तुहाडी गतमित? चोजी मेरे गोबिंदा, चोजी मेरे प्यारिया, हर प्रभ मेरा चोजी जियो। तुहाडी गतमित कौन जान सकता है? मृतक को जीवालनहार, तुहाडी गतमित कौन जान सकता है? तुसी ते की दे की करवा देंदे हो। तुहाडी गतमित कोई ना नहीं जान सकता। मैं अंधले की टेक तेरा नाम खुंदकारा। मैं गरीब, मैं मस्कीन, तेरा नाम है आधारा। मैं जान नहीं सकता मैं गरीब हाँ, मैं मस्कीन, कोई आसरा नहीं है, बस मैनू तेरा नाम आधारा है। तुसी बहुत कुछ करन वाले हो। अपनी गतमित जानो आपे, आपन संग आप प्रभ राते। तुसी आप ही अपनी कृपा दे नाल अपने आप नू रचा लेंदे हो। कोई तुहाडी गतमित जान नहीं सकता। तुमरी उस्तत तुम ते होए, नानक अवर ना जानस कोए। तुहाडी जिहड़ी उस्तत है तुहाडे नाल ही है। क्यों? इहदा मतलब कोई दूसर होए ना, दूसर लवै ना लाए। कोई दूसरा तुहाडे वर्गा होए ते ओनू तुहाडे बराबर रख के ये दसिया जा सकता है कि रब इहदे वर्गा है, पर कोई दूसरा है ही नहीं। तुहाडी उस्तत किहदी उस्तत दे नाल असी कंपेयर करिए? इस करके गुरु अर्जुन साहब जी कहते हैं किसी नूं कह के असी तुहाडी उस्तत कर ही नहीं सकते। कि असी कह सकते हैं कि फलाना फलाने वर्गा है, ਉਹਦੇ वर्गी गुणा का भरपूर है, पर तुसी किहदे वर्गे हो? तुहाडे वर्गे तुसी ही हो। अजूनी सह भंग तुसी ही हो अपने आप तो। इस करके तुमरी उस्तत तुम ते होए, नानक अवर ना जानस कोई। कोई दूसरा नहीं है जिन्हों असी तुहाडे तुल रख लीए। साडे लई कोई दूसरा नहीं है। तुहाडे जन लई जिहड़े बंदगी करते हैं, अवर ना जानस कोई, किसी होर नूं श्रेष्ठ नहीं जानते जी। अज दियां विचारां इत्थे ही समाप्त ने। 7वें पदे तक विचार कीतियां ने। प्रश्न भी आए ने यूट्यूब ते कि धन गुरु अर्जुन देव साहब जी नूं शहीदां दे सरताज क्यों कहा गया है। ये तो जी आप जी नूं सारिआं नूं पता है। धन गुरु अर्जुन साहब महाराज जी शहीदां दे सरताज इसलिए ने। जहांगीर ने ये प्रश्न पुछया सी कोतवाली च कि हिंदू वड्डा है कि मुसलमान। तो जिस तरह गुरु नानक साहब नूं पुछया गया सी कि हिंदू वड्डा कि मुसलमानोई, तो गुरु नानक साहब जी ने कहा बाबा आखे हाजिया शुभ अमला बाजों दोनों रोई। जिहदे अंदर शुभ अमल होणगे वो फिर दुख ते सुख नूं एक करके जानेगा। इनू गुरु अर्जुन साहब महाराज जी दे बाबत आपां गुरु रामदास जी दा बचन चेते करते हैं। कोई जन हरस्यों देवै जो, जां आपां पढ़दे हैं कोई आन मिलावै मेरा प्रीतम प्यारा, हों तिस पै आप विच आई। अगे जिहड़ा जिक्र है, तन मन काट काट सब अरपी विच अग्नि आप जलाई, पखा फेरी पानी ढोवां जो देवै सो खाई, नानक गरीब ढै पया द्वारे हर मेल लिहो वडियाई। ਇਹਦੀ पूरी कई घंटियां की कथा है जी। धन गुरु अर्जुन साहब जी नूं शहीदां दे सरताज क्यों कहा गया।
जहांगीर ने पूछा कि कौन वड्डा है, तो गुरु अर्जुन साहब जी ने शब्द उचारिया, कोई बोले राम राम, कोई खुदाए, कोई सेवै गुसैयां, कोई अलाए, कोई नहावै तीरथ, कोई हज जाए, कोई करे पूजा, कोई सिर निभाए। मुख दी गल गुरु साहब ने कर दी, कहो नानक जिन हुक्म पछाता, प्रभ साहिब का तिन भेत जाता। तो क्यों किया गया शहीदां दे सरताज, फिर उहदे लई भाई गुरदास जी की पूरी वार जिहड़ी है ना, गुरु अर्जन विटहूं कुरबानी, रहंदे गुर दरियाओ विच मीन कुलीन हेत निर्बाणी, दर्शन देखत पतंग ज्यों ज्योति अंदर जोत समाणी, शब्द सुरत लिव मिर्ग ज्यों भीड़ पई किछ अवर ना जानी। ये सारे दी विचार करनी पेगी, तां पता लगेगा कि गुरु अर्जुन साहब क्यों ने शहीदां दे सरताज। शहीदां दे सरताज इसलिए ने क्योंकि अज तो पहलां धरती उत्ते जद किसी नूं मारिया जांदा सी ते उहदे लई कोई ऑप्शन नहीं हुंदी सी बचण लई, बस मौत ही सी, कोई ऑप्शन नहीं सी। पर गुरु अर्जुन साहब कोल एक ऑप्शन सी कि दीने इलाही कबूल कर लो जां मौत। ऑप्शन दे होंदियां भी गुरु साहब ने कहा कि जिस वेले हुण दुनिया के लोगों का लहू ठंडा हो गया, इस लहू नूं उबाला देने वास्ते तत्ती तवी ते बहना पेगा, क्योंकि फुल इस दे खिलर जासन कुल संसार अंदर, कोई चांदनी झोंक नूं भागला सी चढ़ के देश कौम दे प्यार अंदर। तो फिर इत्थे जिक्र किया, कोई अध खिड़िया नूं तोड़ लै सी सरहंद दी नींदवार अंदर। तो चमकौर दी जिहड़ी सरहंद दी कंधां साहिबजादियां तक दा ये जिक्र है। तो फिर गुरु साहब ने कह दिता कि शहीदी दी ऐसी पिड़ है, ना ये इत्थे खत्म होनी है ना मुकनी है, रहिंदी दुनिया तक गुरु का सिख ये इस तो भी धानक धानक। गुरु के सिखां ने की कुछ नहीं किया। चरखड़ियां दे विच भाई सुबेग सिंह, भाई सहबाज सिंह आरियां नाल चीरे गए, किन्ने किन्ने उस तो बाद दियां शहादतां ने। इस करके शहीदी दे सिरताज किया गया, सिरताज ऐसी पिड़ पा गए जिहड़ी खत्म नहीं होने वाली। बहुत चले गए ने, मर गए ने, हसन हुसैन वर्गे चले गए ने, शहीद हो गए ने, मन्निया जाता इस्लाम च, पर पिड़ नहीं पा के गए। वो पिड़ जिहड़ी शहीदी दी पा के गए ने, वो गुरु अर्जुन साहब ही पा के गए ने, क्योंकि खून शहीदां दा मुकना नहीं। खैर सुला, ये होर भी विचारे ने। सतगुर जी कृपा करनगे। हाँ जी प्रभजोत सिंह जी, शहीदी वाले दिन असी इन्हां विचारां नूं फिर होर सतगुर जी की बाणी तो बिना ये विचारां नहीं कीतियां जा सकदियां। सतगुर जी की बाणी पढ़ांगे कि क्योंकि ये सारा कुछ शुरुआत तो है, सुलही खान तो, पृथ्वी मता जे पत्री चलावों, द्वितीय मता दोई मानक पहुँचावों, तृतीय मता किच करूँ उपाया, मैं सब किच छोड़ प्रभ तू ही त्याया। ये सारी पेड़ है। फिर बाणी दे लई प्यार सत्कार, हमारी प्यारी अमृतधारी गुरनिमख ना मन ते टारी रे, दर्शन परसन सरसन हरसन रंग रंगी करतारी रे, खिन रम गुरगम हरदम नह जम। कि खिन रम एक खिन च ध्यालो, गुरगम गुरु की प्राप्ति कर लोगे। जे दिन राती ध्याओगे फिर तुसी मौत तो भी नहीं डरोगे। ये है शहीदां दे सरताज वाली गल। जे दिन राती आराध लोगे फिर खिन रम गुरगम हरदम, जे हरदम ध्या लिया नह जम, फिर सरताज हो जाओगे तुसी, फिर तुसी उस अवस्था तक पहुँच जाओगे। खिन रम गुरगम हरदम नह जम, हर नानक कंठ हो रहारी रे। इस बाणी की बख्शिश है। ये है तुर की बाणी आई, तिन सगली चिंत मिटाई। अज इत्थे ही समाप्ति है जी। धन गुरु अमरदास महाराज जी के प्रकाश दिहाड़े की आप सारिਆਂ ਨੂੰ मुबारकां हैं। कन हर बूंद बसो रमावल, कुसुम बसंत गणत न आवै, रव सस किरण उदर सागर को, गंग तरंग अंत को पावै, रुद्र ध्यान ज्ञान सतगुर के, कब जन पल उन्ह जो गावै, भले अमरदास गुण तेरे तेरी उपमा तोहे बण आवै। तुहाडी उपमा गुरु अमरदास जी तुहाडे तो ही है, तुहाडे वर्गा कोई होर नहीं। भुलां चुकां दी खिमा है जी। सारे फतेह बुलाओ जी। वाहिगुरू जी का खालसा, वाहिगुरू जी की फतेह।